ਜਿਵੇਂ ਕਿ ਕੱਲ ਆਪਾਂ ਨੇ ਸਿੱਖਿਆ ਸੀਗਾ ਸੈਂਟਰ ਆਫ ਗ੍ਰੈਵਿਟੀ ਟੌਪਿਕ, ਤੁਸੀਂ ਦੇਖ ਸਕਦੇ ਹੋ ਆਪਾਂ ਸੈਂਟਰ ਆਫ ਗ੍ਰੈਵਿਟੀ ਅਲੱਗ-ਅਲੱਗ ਪੁਆਇੰਟਸ ਦਾ ਫਾਈਂਡ ਆਊਟ ਕਰਨਾ ਸਿੱਖਿਆ। ਹੁਣ ਅੱਜ ਆਪਾਂ ਕੀ ਕਹਿੰਦੇ ਆਪਣੇ ਬੱਚਿਆਂ ਤੋਂ ਕੁਝ ਐਕਸਪੈਰੀਮੈਂਟਸ ਕਰਾਵਾਂਗੇ। ਇਹਨਾਂ ਨੂੰ ਤੁਸੀਂ ਆ ਬੱਚਾ ਦੇਖ ਸਕਦੇ ਹੋ ਕੀ ਕਰ ਰਿਹਾ ਹੈਗਾ। ਇਸ ਬੱਚੇ ਨੇ ਕੀ ਕੀਤਾ ਹੋਇਆ, ਇੱਕ ਪੁਆਇੰਟ ਦੇ ਉੱਪਰ ਇਸ ਕਾਪੀ ਨੂੰ ਬੈਲੈਂਸ ਕੀਤਾ ਹੋਇਆ। ਅੱਜ ਦਾ ਜਿਹੜਾ ਟੌਪਿਕ ਹੈਗਾ, ਅੱਜ ਦਾ ਟੌਪਿਕ ਵੀ ਤੁਸੀਂ ਦੇਖ ਸਕਦੇ ਹੋ। ਅੱਜ ਦਾ ਟੌਪਿਕ ਕੀ ਹੈ, ਸੈਂਟਰ ਆਫ ਗ੍ਰੈਵਿਟੀ ਐਂਡ ਅ ਬੈਲੈਂਸ ਪੁਆਇੰਟ। ਇਹਨੇ ਕਿਵੇਂ ਕੀਤਾ ਤੁਸੀਂ ਦੇਖ ਸਕਦੇ ਹੋ। ਇਹ ਭਾਈ ਸਾਹਿਬ ਭਾਈ ਰੋਨਾਲਡੋ ਜੀ ਆਏ ਨੇ, ਠੀਕ ਹੈ। ਕੀ ਕਹਿੰਦੇ ਪਤਾ ਨਹੀਂ ਜਰਮਨੀ ਕਿੱਥੋਂ, ਪਤਾ ਸਪੇਨ ਤੋਂ ਆਏ ਨੇ, ਪੋਰਤੁਗਾਲ, ਹਾਂ ਚਲੋ ਪੋਰਤੁਗਾਲ ਤੋਂ ਆਏ ਨੇ। ਇਹ ਮਤਲਬ ਇਹ ਸਾਹਮਣੇ ਜਿਹੜੇ ਤੁਹਾਡੇ ਦੂਸਰਾ ਬੱਚਾ ਬੈਠਾ ਹੈ, ਇਹ ਇਹਨੂੰ ਦੇਖੋ, ਇਹ ਵੀ ਬੈਲੈਂਸ ਕਰਕੇ ਦਿਖਾ ਸਕਦਾ। ਦਿਖਾਓ ਜੀ, ਬੈਲੈਂਸ ਕਰਕੇ ਦਿਖਾਓ। मतलब ये देखो, ये शायद इतना तो हो ना पाए, चलो छोड़ो बेटा, तुमसे ना हो पाएगा, हम फिजिक्स की बुक की मदद ले लेते हैं। सर हो गया। देखो ये सिर्फ कॉपी नहीं है ਜਿਹਨੂੰ ਤੁਸੀਂ ਬੈਲੈਂਸ ਕਰ ਸਕਦੇ ਹੋ। ਤੁਸੀਂ ਅਲੱਗ-ਅਲੱਗ ਚੀਜ਼ਾਂ ਨੂੰ ਬੈਲੈਂਸ ਕਰ ਸਕਦੇ ਹੋ। ਜਿਵੇਂ ਕਿ ਮੈਂ ਤੁਹਾਨੂੰ ਦਿਖਾਵਾਂ, ਤੁਸੀਂ ਸਕੇਲ ਨੂੰ ਬੈਲੈਂਸ ਕਰ ਸਕਦੇ ਹੋ, ਠੀਕ ਹੈ। ਲੈਮੀਨਾ ਨੂੰ ਬੈਲੈਂਸ ਕਰ ਸਕਦੇ ਹੋ। ਇਹ ਸ਼ਕਤੀਮਾਨ ਤਾਂ ਮਤਲਬ ਫੁੱਟਬਾਲ ਨੂੰ ਘੁਮਾ ਸਕਦਾ ਹੈ, ਠੀਕ ਹੈ। ਮਤਲਬ ਤੁਸੀਂ ਦੇਖਿਆ ਹੋਏਗਾ ਵੀ ਜਿਹੜਾ ਕੀ ਕਹਿੰਦੇ ਇੱਕ ਫੁੱਟਬਾਲਰ ਹੁੰਦਾ ਹੈ ਤਰੁਣ, ਇੱਕ ਫੁੱਟਬਾਲਰ ਕੀ ਕਰਦਾ ਹੈ, ਉਂਗਲ ਦੇ ਉੱਪਰ ਬਾਲ ਘੁਮਾ ਲੈਂਦਾ ਹੈ। ਉਹ ਤਾਂ ਹਾਂ ਮਤਲਬ ਪੈਰ ਤੇ ਆ ਕਰ ਲੈਂਦਾ। ਹੁਣ ਆਪਾਂ ਅੱਜ ਬੁੱਕ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨੂੰ ਰੀਡ ਕਰਾਂਗੇ। ਇਹ ਸੁਮੇਰ ਹੈਗੇ ਨੇ, ਇਹ ਸੁਮੇਰ ਆਪਣੀ ਕੰਮ ਕਰਨਗੇ ਔਰ ਅਸੀਂ ਆਪਣਾ ਚੈਪਟਰ ਦੀ ਰੀਡਿੰਗ ਕਰਾਂਗੇ। ਹੁਣ ਜਿਵੇਂ ਕਿ ਬੱਚਿਆਂ ਨੇ ਇੱਕ ਕਾਪੀ ਨੂੰ ਉਹਦੇ ਉੱਪਰ ਤੁਹਾਨੂੰ ਬੈਲੈਂਸ ਕਰਕੇ ਦਿਖਾਇਆ। ਹੁਣ ਆਪਾਂ ਪੜ੍ਹਦੇ ਹਾਂ, ਦੇਖੋ। ਇਟ ਕੈਨ ਬੀ ਬੈਲੈਂਸ ਔਨ ਅ ਨਾਈਫ ਐਜ, ਮਤਲਬ ਇਸੀ ਸਕੇਲ ਨੂੰ ਇੱਕ ਨਾਈਫ ਦੀ ਐਜ ਦੇ ਉੱਪਰ ਵੀ ਮਾਰਕ ਕੀਤਾ ਜਾ ਸਕਦਾ ਹੈ। ਜਿਵੇਂ ਕਿ ਰਾਹੁਲ ਨੇ ਹੁਣੇ ਤੁਹਾਨੂੰ ਕਾਪੀ ਨੂੰ ਇੱਕ ਪੈਨ ਦੇ ਛੋਟੇ ਜਿਹੇ ਮਾਰਕ ਦੇ ਉੱਪਰ ਬੈਲੈਂਸ ਕਰਕੇ ਦਿਖਾਤਾ ਸੀਗਾ। ਇਟ ਇਜ਼ ਪੋਸੀਬਲ ਬਿਕੋਜ਼, ਕਹਿੰਦਾ ਇਹ ਕਿਉਂ ਪੋਸੀਬਲ ਹੋ ਪਾਇਆ, ਕਾਪੀ ਇੱਕ ਛੋਟੀ ਜਿਹੀ ਜਗ੍ਹਾ ਤੇ ਬੈਲੈਂਸ ਕਿਵੇਂ ਹੋਗੀ, ਕਿਉਂਕਿ ਜਿਹੜੀ ਕਾਪੀ ਸੀਗੀ, ਕਾਪੀ ਦਾ ਜ਼ਿਆਦਾਤਰ ਜਿਹੜਾ weight ਹੈ, ਕਾਪੀ ਦਾ ਜ਼ਿਆਦਾਤਰ ਜੋ weight ਹੈ ਉਹ ਉसी ਪੁਆਇੰਟ ਦੇ ਉੱਪਰ ਕੰਸਨਟ੍ਰੇਟਡ ਸੀਗਾ। ਮਤਲਬ ਸਾਰਾ weight ਉसी ਜਗ੍ਹਾ ਤੇ ਹੈ, ਉसी ਜਗ੍ਹਾ ਨੂੰ ਅਸੀਂ ਸੈਂਟਰ ਆਫ ਗ੍ਰੈਵਿਟੀ ਮੰਨਦੇ ਹਾਂ। ਦੇਖੋ, ਇਟ ਇਜ਼ ਪੋਸੀਬਲ ਬਿਕੋਜ਼ ਅਲਜੈਬਰਿਕ ਸਮ ਆਫ ਦਾ ਮੋਮੈਂਟ ਆਫ ਦਾ weight ਆਫ all the particles of a rule about the knife edge is 0, यानी कि उस पॉइंट ਦੇ ਉੱਪਰ, ਉਸ ਪਾਰਟਿਕੂਲਰ ਪੁਆਇੰਟ ਦੇ ਉੱਪਰ ਜਿੰਨੇ ਵੀ ਮੋਮੈਂਟ ਦਾ ਸਮ ਹੈ ਉਹ ਪੁਆਇੰਟ ਉਹ ਕਿੰਨਾ ਆ ਜਾਏਗਾ, 0। ਔਰ ਬਾਡੀ ਦਾ ਸਾਰਾ weight ਵੀ ਇਸ ਜਗ੍ਹਾ ਤੇ ਹੀ ਹੁੰਦਾ ਤੇ ਅਸੀਂ ਸਿਰਫ ਇसी ਜਗ੍ਹਾ ਨੂੰ ਫਾਈਂਡ ਆਊਟ ਕਰਨਾ ਹੁੰਦਾ ਔਰ ਬਾਡੀ ਕੀ ਹੋ ਜਾਂਦੀ ਹੈ, ਬੈਲੈਂਸ ਹੋ ਜਾਂਦੀ ਹੈ। ਸਰ ਬਾਕੀ ਜਗ੍ਹਾ ਤੇ weight ਨਹੀਂ ਹੋਏਗਾ। ਬਾਕੀ ਜਗ੍ਹਾ ਤੇ weight, ਅਗਰ ਬਾਕੀ ਜਗ੍ਹਾ ਤੇ ਤੁਸੀਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕਿਸੇ ਇੱਕ ਸਾਈਡ ਤੇ ਗਿਰ ਜਾਏਗਾ। ਸਮਝ ਆਇਆ? ਇਹ 50 ਪੁਆਇੰਟ ਇੱਕ ਐਸਾ ਪੁਆਇੰਟ ਹੈ ਜਿਸ ਜਗ੍ਹਾ ਤੇ ਬਾਡੀ ਦੇ ਸਾਰੇ ਮੂਵਮੈਂਟ ਦਾ ਸਮ ਵੀ 0 ਹੈ ਔਰ ਇसी ਜਗ੍ਹਾ ਤੇ ਬਾਡੀ ਦੇ ਸਾਰੇ ਛੋਟੇ-ਛੋਟੇ ਪਾਰਟੀਕਲਸ ਦਾ weight ਵੀ ਅਲਜੈਬਰਿਕ ਸਮ ਇसी ਜਗ੍ਹਾ ਤੇ ਕੰਸੀਡਰ ਹੋਏਗਾ। ਹੁਣ ਜਿਵੇਂ ਕਿ ਇਹ ਅਗਲੀ ਐਗਜ਼ਾਮਪਲ ਦੇਖੋ, ਸਕੇਅਰ ਲੈਮਿਨਾ। यहाँ पर weight खत्म हो जाएंगे, साइड weight ਖਤਮ ਨਹੀਂ ਹੋ ਜਾਣਗੇ। ਇਸ ਜਗ੍ਹਾ ਤੇ ਪੂਰਾ weight ਹੈਗਾ, ਖਤਮ ਥੋੜੀ ਹੋ ਰਿਹਾ weight। ਮੈਂ ਖਤਮ ਹੋਣ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ। ਹੁਣ ਅਗਰ ਆਪਣੇ ਕੋਲ ਸਕੇਅਰ ਲੈਮਿਨਾ ਹੈਗਾ, ਸਕੇਅਰ ਲੈਮਿਨਾ ਨੂੰ ਅਗਰ ਆਪਾਂ ਨੇ ਬੈਲੈਂਸ ਕਰਨਾ ਤਾਂ ਉਹ ਵੀ ਆ ਦੇਖੋ ਉਧਰ ਹੀ ਬੈਲੈਂਸ ਹੋਏਗਾ ਜਿੱਥੇ ਡਾਇਗੋਨਲਸ ਮੀਟ ਕਰ ਰਹੇ ਨੇ। यानी कि ये ਜਿਹੜਾ ਸੈਂਟਰ ਵਾਲਾ ਪੁਆਇੰਟ ਹੈ ਇਹ ਸੈਂਟਰ ਆਫ ਗ੍ਰੈਵਿਟੀ ਪੁਆਇੰਟ ਹੈ। ਸੈਂਟਰ ਆਫ ਗ੍ਰੈਵਿਟੀ ਵਾਲਾ ਪੁਆਇੰਟ ਉਹ ਪੁਆਇੰਟ ਹੁੰਦਾ ਹੈ ਜਿੱਥੇ ਸਾਰੇ ਜਿੰਨੇ ਵੀ ਅਲੱਗ-ਅਲੱਗ weight ਆਪਣੇ ਕੋਲ ਅਵੇਲੇਬਲ ਹੁੰਦੇ ਨੇ ਉਹਨਾਂ ਦਾ ਮੋਮੈਂਟ ਦਾ ਸਮ ਕਿੰਨਾ ਆ ਜਾਂਦਾ, ਇਸ ਜਗ੍ਹਾ ਤੇ 0 ਆ ਜਾਂਦਾ ਹੈ। ਅਗਲੀ ਚੀਜ਼ ਕੀ ਹੈ, when a body is freely suspended from a point it come to rest in such a position that center of gravity lie vertically below the suspension। अगर किसी फ्रीली सस्पेंडेड बॉडी ਨੂੰ ਧਿਆਨ ਨਾਲ ਸਮਝ, ਟਾਈਮ ਨਾ ਵੇਸਟ ਕਰ। when a body is freely suspended from a point, ਅਗਰ ਆਪਾਂ ਛੱਤ ਤੋਂ ਕਿਸੇ ਚੀਜ਼ ਨੂੰ ਲਟਕਾ ਦਈਏ ਔਰ ਉਹ ਫ੍ਰੀਲੀ ਸਸਪੈਂਡ ਕਰ ਸਕਦੀ ਹੈ। ਫ੍ਰੀਲੀ ਸਸਪੈਂਡ ਮਤਲਬ ਇੱਧਰ ਉੱਧਰ ਜਾ ਸਕਦੀ ਹੈ। in such a position, ਉਹ ਫਿਰ ਇੱਕ ਜਗ੍ਹਾ ਤੇ ਆ ਕੇ ਰੁਕ ਜੇਗੀ। ਅਗਰ ਉਹ ਇੱਕ ਜਗ੍ਹਾ ਤੇ ਆ ਕੇ ਰੁਕ ਰਹੀ ਹੈ, ਠੀਕ ਹੈ, ਤਾਂ ਉਹਦਾ ਸੈਂਟਰ ਆਫ ਗ੍ਰੈਵਿਟੀ ਤੁਸੀਂ ਕਿਵੇਂ ਫਾਈਂਡ ਆਊਟ ਕਰੋਗੇ? ਉਹਦਾ ਸੈਂਟਰ ਆਫ ਗ੍ਰੈਵਿਟੀ ਕਿਵੇਂ ਫਾਈਂਡ ਆਊਟ ਕਰੋਗੇ? ਉਹ ਜਿਸ ਜਗ੍ਹਾ ਤੇ ਆ ਕੇ ਸਪੋਜ਼ ਉਹ ਇਸ ਜਗ੍ਹਾ ਤੇ ਰੁਕ ਗਈ ਹੈ, ਮਤਲਬ ਮੰਨ ਲਓ ਮੇਰਾ ਅੰਗੂਠਾ ਹੈ, ਇਸ ਜਗ੍ਹਾ ਤੇ ਆ ਕੇ ਰੁਕ ਗਿਆ, ਇਹਦੇ ਬਿਲਕੁਲ ਨੀਚੇ ਆ ਜਾਓ, ਮਤਲਬ ਇਹਦੇ ਬਿਲਕੁਲ ਕਿਤੇ ਵੀ ਸੈਂਟਰ ਆਫ ਗ੍ਰੈਵਿਟੀ ਪੁਆਇੰਟ ਹੋ ਸਕਦਾ। ਦੇਖ ਲਓ ਲਿਖਿਆ ਹੋਇਆ, ਸੈਂਟਰ ਆਫ ਗ੍ਰੈਵਿਟੀ ਲਾਈਜ਼ ਵਰਟੀਕਲੀ ਬਿਲੋ ਦਾ ਪੁਆਇੰਟ ਆਫ ਸਸਪੈਂਸ਼ਨ। ਸੈਂਟਰ ਆਫ ਗ੍ਰੈਵਿਟੀ ਕਿੱਥੇ ਹੋਏਗਾ? ਬਿਲਕੁਲ ਸਸਪੈਂਸ਼ਨ ਪੁਆਇੰਟ ਦੇ ਨੀਚੇ। This fact can be used to locate the position of center of gravity of a irregular lamina। इसी पॉइंट ਨੂੰ ਸਮਝਦੇ ਹੋਏ ਆਪਾਂ irregular lamina ਨੂੰ ਸਮਝਾਂਗੇ। ਹਾਂ ਤਰੁਣ ਪੁੱਛ, ਕੀ ਡਾਊਟ ਹੈ? ਸਰ ਜਿਵੇਂ ਤੁਸੀਂ ਕੱਲ ਇਹ ਦੇਖੋ ਹੁਣ ਆਪਾਂ ਸੈਂਟਰ ਆਫ ਗ੍ਰੈਵਿਟੀ ਫਾਈਂਡ ਆਊਟ ਕੀਤਾ।
ਇਹ ਸੈਂਟਰ ਆਫ ਗ੍ਰੈਵਿਟੀ ਫਾਈਂਡ ਆਊਟ ਹੋ ਗਿਆ। ਮਤਲਬ ਇਹ ਜਿਹੜਾ ਪੁਆਇੰਟ ਹੈ, ਜਿਸ ਪੁਆਇੰਟ ਤੇ ਪੈਨ ਉਂਗਲ ਦੇ ਉੱਪਰ ਬੈਲੈਂਸ ਹੋਇਆ ਪਿਆ, ਇਸ ਪੁਆਇੰਟ ਦੇ ਉੱਪਰ ਸੈਂਟਰ ਆਫ ਗ੍ਰੈਵਿਟੀ ਹੋਏਗੀ ਔਰ ਇसी ਪੁਆਇੰਟ ਦੇ ਉੱਪਰ ਜਿੰਨੇ ਵੀ ਇਹਦੇ ਬਾਡੀ ਦੇ ਅੰਦਰ ਜਿੰਨੇ ਵੀ weight ਨੇ ਉਹ ਸਾਰੇ weight ਦਾ ਸਮ ਵੀ ਇसी ਜਗ੍ਹਾ ਤੇ ਹੋਏਗਾ। ਠੀਕ ਹੈ, ਇਹ ਮਤਲਬ ਹੁਣ ਆਪਾਂ ਸਮਝਦੇ ਹਾਂ ਇਰਰੈਗੂਲਰ ਲੈਮਿਨਾ सर ਨੂੰ। रिंग का ਨੈਕਸਟ ਜਿਹੜਾ ਆਪਾਂ ਟੌਪਿਕ ਕਰ ਰਹੇ ਹਾਂ, ਦੇਖੋ ਇਹ ਮੇਰੇ ਹੱਥ 'ਚ ਕੀ ਹੈ, ਇੱਕ ਇਰਰੈਗੂਲਰ ਲੈਮਿਨਾ ਹੈ। ਇਰਰੈਗੂਲਰ ਲੈਮਿਨਾ ਦਾ ਤੁਸੀਂ ਕੀ ਕਹਿੰਦੇ, ਸੈਂਟਰ ਆਫ ਗ੍ਰੈਵਿਟੀ ਪੁਆਇੰਟ ਫਾਈਂਡ ਆਊਟ ਕਰਨਾ ਹੈ। ਸੈਂਟਰ ਆਫ ਗ੍ਰੈਵਿਟੀ ਪੁਆਇੰਟ ਫਾਈਂਡ ਆਊਟ ਕਰਨ ਲਈ ਤੁਹਾਨੂੰ ਕੀ ਚਾਹੀਦਾ ਹੈ? ਇੱਕ ਐਵੇਂ ਦਾ ਇਰਰੈਗੂਲਰ ਸਰਫੇਸ ਚਾਹੀਦਾ ਹੈ, ਤੁਹਾਨੂੰ ਇੱਕ ਐਵੇਂ ਦਾ ਡਿਵਾਈਸ ਚਾਹੀਦਾ। ਦੇਖੋ ਜਿਹੜਾ ਤੁਸੀਂ ਡਿਵਾਈਸ ਮੇਰੇ ਫੋਨ 'ਚ ਦੇਖ ਪਾ ਰਹੇ ਹੋ, ਇਸ ਚੀਜ਼ ਨੂੰ ਅਸੀਂ ਪਲੰਬ ਲਾਈਨ ਬੋਲਦੇ ਹਾਂ। ਪਲੰਬ ਲਾਈਨ ਇਹ ਮਤਲਬ ਇੱਕ ਐਸਾ ਡਿਵਾਈਸ ਹੈ, ਅਗਰ ਆਪਾਂ ਪਤਾ ਕਰਨਾ ਹੋਏ ਵੀ ਦੀਵਾਰ ਸਿੱਧੀ ਬਣੀ ਹੈ ਕਿ ਨਹੀਂ ਸਿੱਧੀ ਬਣੀ ਹੈਗੀ, ਜਿਵੇਂ ਦੇਖੋ ਇਹ ਬੰਦਾ ਦੀਵਾਰ ਬਣਾ ਰਿਹਾ, ਦੀਵਾਰ ਸਿੱਧੀ ਬਣੀ ਹੈ ਕਿ ਨਹੀਂ ਬਣੀ, ਤਾਂ ਇਸ ਚੀਜ਼ ਨੂੰ ਯੂਜ਼ ਕਰਦੇ ਨੇ ਉਹ। ਠੀਕ ਹੈ, ਪਲੰਬ ਲਾਈਨ ਨੂੰ ਯੂਜ਼ ਕੀਤਾ ਜਾਂਦਾ ਹੈ, ਦੀਵਾਰ ਸਿੱਧੀ ਬਣੀ ਹੈ ਕਿ ਨਹੀਂ ਬਣੀ। ਹੁਣ ਕੀ ਹੈ, ਤੁਹਾਡੇ ਕੋਲ ਪਲੰਬ ਲਾਈਨ ਆ ਗਈ, ਇੱਧਰ ਹੋ ਜਾ ਦਿਵਿਅਮ ਤੋਂ ਥੋੜਾ। ਹੁਣ ਤੁਹਾਡੇ ਕੋਲ ਪਲੰਬ ਲਾਈਨ ਵੀ ਪਤਾ ਲੱਗ ਗਈ, ਤੁਹਾਡੇ ਕੋਲ ਇਰਰੈਗੂਲਰ ਲੈਮਿਨਾ ਵੀ ਪਤਾ ਲੱਗ ਗਿਆ। ਹੁਣ ਤੁਸੀਂ ਕੀ ਕਰਨਾ ਹੈ, ਇਹ ਇੱਧਰ ਕੀ ਕਰਨਾ ਹੈ, ਇਹ ਤੋਂ ਅਲੱਗ-ਅਲੱਗ ਪੁਆਇੰਟਸ ਮਾਰਕ ਕਰ ਲੈਣੇ ਨੇ, ਪੁਆਇੰਟ A, ਪੁਆਇੰਟ B ਔਰ ਇੱਧਰ ਪੁਆਇੰਟ C, ਅਲੱਗ-ਅਲੱਗ ਪੁਆਇੰਟਸ ਮਾਰਕ ਕਰ ਲੈਣੇ ਨੇ। ਫਿਰ ਕਿਸੇ ਇੱਕ ਤਰੀਕੇ ਦੇ ਨਾਲ ਨਾ ਤੁਸੀਂ ਇਸ ਜਗ੍ਹਾ ਤੇ ਇਹਨੂੰ ਹੈਂਗ ਕਰ ਲੈਣਾ। ਫਿਰ ਇਹ ਐਵੇਂ ਹੈਂਗ ਹੋ ਗਿਆ। ਇਹ ਫ੍ਰੀ ਟੂ ਰੋਟੇਟ ਹੈ। ਫ੍ਰੀ ਟੂ ਰੋਟੇਟ ਮਤਲਬ ਇਹ ਕਿਤੇ ਵੀ ਆ ਜਾ ਸਕਦਾ ਹੈ, ਇਹ ਕਿਤੇ ਵੀ ਆ ਜਾ ਸਕਦਾ ਹੈ। ਤਾਂ ਤੁਸੀਂ ਕੀ ਕਰਨਾ ਹੈ, ਮੈਂ ਤੁਹਾਨੂੰ ਇਹ ਵਾਲੇ ਪੈਰਾਗ੍ਰਾਫ ਦੇ ਅੰਦਰ ਪੜ੍ਹਾਇਆ ਸੀ, ਮੈਂ ਤੁਹਾਨੂੰ ਦੁਬਾਰਾ ਸਿਖਾ ਦਿੰਦਾ। ਤੁਸੀਂ ਇਸ ਪੈਰਾਗ੍ਰਾਫ ਦੇ ਅੰਦਰ ਦੁਬਾਰਾ ਦੇਖ ਸਕਦੇ ਹੋ। ਜਿਹੜੀ ਵੀ ਫ੍ਰੀਲੀ ਸਸਪੈਂਡਡ ਬਾਡੀ ਹੁੰਦੀ ਹੈ, ਫ੍ਰੀਲੀ ਸਸਪੈਂਡਡ ਜਿਹੜੀ ਬਾਡੀ ਹੁੰਦੀ ਹੈ, ਉਹਦਾ ਸੈਂਟਰ ਆਫ ਗ੍ਰੈਵਿਟੀ ਜਿਹੜਾ ਪੁਆਇੰਟ ਹੁੰਦਾ ਹੈ, ਉਹ ਸਸਪੈਂਸ਼ਨ ਪੁਆਇੰਟ ਦੇ ਬਿਲਕੁਲ ਨੀਚੇ ਹੁੰਦਾ। ਆ ਦੇਖੋ ਲੋਕੇਟ, ਆ ਦੇਖੋ ਲਾਈਜ਼ ਵਰਟੀਕਲੀ ਬਿਲੋ ਦਾ ਪੁਆਇੰਟ ਆਫ ਸਸਪੈਂਸ਼ਨ। ਸਮਝ ਆ ਗਿਆ। ਹੁਣ ਉਸੇ ਤਰੀਕੇ ਨਾਲ ਜਿਵੇਂ ਆ ਦੇਖੋ ਇਰਰੈਗੂਲਰ ਲੈਮਿਨਾ ਨੂੰ ਆਪਾਂ ਸਮਝ ਰਹੇ ਸੀ, ਅਸੀਂ ਪੁਆਇੰਟ A ਤੇ ਉਹਨੂੰ ਕੀ ਕਹਿੰਦੇ, ਉਹ ਲਟਕਾ ਕੇ ਰੱਖਤਾ। ਜਿਵੇਂ ਆ ਦੇਖੋ ਇਹ ਪਿਕਚਰ 'ਚ ਐਵੇਂ ਸਟੈਂਡ ਦੇ ਥਰੂ ਲਟਕਾ ਕੇ ਰੱਖ ਲੈਣਾ ਤੁਸੀਂ। ਜਿਵੇਂ ਐਗਜ਼ਾਮਪਲ ਦੇ ਅੰਦਰ ਸਟੈਂਡ ਬਣਿਆ ਹੋਇਆ ਨਾ, ਇੱਥੇ ਪਤਾ ਸਟੈਂਡ ਨੂੰ ਕੀ ਬੋਲ ਰਹੇ ਨੇ? ਆ ਦੇਖੋ ਸਟੈਂਡ ਨੂੰ ਬੋਲ ਰਹੇ ਨੇ, ਮੈਂ ਤੁਹਾਨੂੰ ਲੱਭ ਕੇ ਦਿਖਾਣਾ, ਰੋਟਟ ਸਟੈਂਡ ਬੋਲ ਰਹੇ ਨੇ। ਲੱਭੀ ਜਰਾ ਕਿੱਧਰ ਲਿਖਿਆ ਪਿਆ, ਆ ਦੇਖੋ ਰਿਟੋਰਟ ਸਟੈਂਡ। ਇਹ ਰਿਟੋਰਟ ਸਟੈਂਡ ਮਤਲਬ ਐਵੇਂ ਦਾ ਇੱਕ ਸਟੈਂਡ ਹੈ। ਇਸ ਸਟੈਂਡ ਦੇ ਨਾਲ ਤੁਸੀਂ ਕੀ ਕਰਨਾ ਹੈ, ਇਸ ਲੈਮਿਨਾ ਨੂੰ ਲਟਕਾ ਕੇ ਰੱਖ ਲੈਣਾ। ਜਦੋਂ ਤੁਸੀਂ ਲਟਕਾ ਲੋਗੇ, ਲਟਕਾਉਣ ਤੋਂ ਬਾਅਦ ਥੋੜੀ ਦੇਰ ਇੰਤਜ਼ਾਰ ਕਰੋ। ਥੋੜੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਵੀ ਇਹ ਜਿਹੜਾ ਲੈਮਿਨਾ ਇੱਧਰ ਉੱਧਰ ਹਿੱਲ ਨਹੀਂ ਰਿਹਾ, ਇੱਕ ਜਗ੍ਹਾ ਤੇ ਰੈਸਟ ਤੇ ਆ ਗਿਆ। ਹੁਣ ਦੇਖੋ ਉਹਨਾਂ ਨੇ ਕਿਹਾ ਸੀ ਜਦੋਂ ਉਹ ਰੈਸਟ ਤੇ ਆ ਜੇ, ਸੱਚ ਦੈਟ ਦਾ ਪੋਜੀਸ਼ਨ that its center of gravity lie vertically below the point of suspension। ਜਦੋਂ ਰੈਸਟ ਤੇ ਆ ਜਾਏਗਾ ਤਾਂ ਉਹਦਾ ਸੈਂਟਰ ਆਫ ਗ੍ਰੈਵਿਟੀ ਜਿਹੜਾ ਹੋਏਗਾ ਬਿਲਕੁਲ ਸਸਪੈਂਸ਼ਨ ਪੁਆਇੰਟ ਦੇ ਨੀਚੇ ਹੋਏਗਾ। ਲੇਕਿਨ ਉਹ ਹੋਰ ਚੀਜ਼ਾਂ ਵਾਸਤੇ ਹੈ। ਇਰਰੈਗੂਲਰ ਲੈਮਿਨਾ ਵਾਸਤੇ ਕਿਵੇਂ ਹੋਏਗਾ ਵੀ ਹੁਣੇ ਮੈਂ ਤੁਹਾਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਪਲੰਬ ਲਾਈਨ ਦਿਖਾਈ ਸੀ, ਪਲੰਬ ਲਾਈਨ ਕੈਸੀ ਹੁੰਦੀ ਹੈ। ਫਿਰ ਉਸ ਪਾਰਟਿਕੂਲਰ ਪੁਆਇੰਟ ਤੋਂ ਤੁਸੀਂ ਪਲੰਬ ਲਾਈਨ ਲੈ ਕੇ ਆਣੀ ਹੈ ਤੇ ਪਲੰਬ ਲਾਈਨ ਦੇ ਅਲੋਂਗ ਜਿੱਥੇ ਉਹ ਥ੍ਰੈਡ ਚੱਲ ਰਿਹਾ ਹੋਏਗਾ, ਉਸ ਥ੍ਰੈਡ ਦੇ ਅਲੋਂਗ, ਸਪੋਜ਼ ਇਹ ਥ੍ਰੈਡ ਐਵੇਂ ਚੱਲ ਰਿਹਾ ਤਾਂ ਥ੍ਰੈਡ ਦੇ ਅਲੋਂਗ ਇਹ ਪਕੜ ਕੇ ਰੱਖੀ ਤਰੁਣ। ਹੁਣ ਇਹ ਥ੍ਰੈਡ ਲਾਈਨ ਦੇ ਅਲੋਂਗ ਤੁਸੀਂ ਐਵੇਂ ਇੱਕ ਸਟ੍ਰੇਟ ਲਾਈਨ ਡਰਾ ਕਰ ਲੈਣੀ ਹੈ, ਐਵੇਂ ਇੱਕ ਸਟ੍ਰੇਟ ਲਾਈਨ ਡਰਾ ਕਰ ਲੈਣੀ ਹੈ। ਫਿਰ ਤੁਸੀਂ ਥੋੜੀ ਦੇਰ ਬਾਅਦ ਕੀ ਕਰਨਾ ਹੈ, ਪੁਆਇੰਟ B ਦੇ ਉੱਪਰ ਔਰ ਪੁਆਇੰਟ C ਦੇ ਉੱਪਰ ਵੀ ਇਹੀ ਵਾਲਾ ਸੇਮ ਇਹਨੂੰ ਇੱਧਰ ਲਟਕਾ ਕੇ ਰੱਖੋ ਔਰ ਪਲੰਬ ਲਾਈਨ ਦੇ ਨਾਲ ਇਹ ਚੀਜ਼ ਕਰੋ। ਉਹਦੇ ਥ੍ਰੈਡ ਦੇ ਅਲੋਂਗ ਲਾਈਨ ਲਗਾਉਂਦੇ ਰਹੋ ਆਪਣੀ ਮਰਜ਼ੀ ਨਾਲ, ਜਿੱਧਰ ਚਾਹੇ। ਇਹ ਨਹੀਂ ਵੀ ਜਿੱਧਰ ਚਾਹੇ ਮੈਂ ਤਾਂ ਜੀ ਇੱਧਰ ਵੀ ਮਾਰ ਸਕਦਾ ਲਾਈਨ, ਮੈਂ ਤਾਂ ਐਵੇਂ ਵੀ ਮਾਰ ਸਕਦਾ, ਮੈਂ ਐਵੇਂ ਵੀ, ਐਵੇਂ ਨਹੀਂ ਹੈ। ਪਹਿਲਾਂ ਉਹ ਹੈਂਗ ਕਰੋ, ਹੈਂਗ ਕਰਨ ਤੋਂ ਬਾਅਦ ਉਹ ਪਲੰਬ ਲਾਈਨ ਦਾ ਥ੍ਰੈਡ ਜਿਸ ਪਾਸੇ ਜਾ ਰਿਹਾ ਹੋਏਗਾ ਉਹ ਥ੍ਰੈਡ ਦੇ ਉੱਪਰ ਮਾਰਕ ਲਗਾਉਣਾ ਹੈ, ਥ੍ਰੈਡ ਦੇ ਉੱਪਰ ਮਾਰਕ ਲਗਾਉਣਾ ਹੈ। ਜਿੱਥੇ ਇਹ ਤਿੰਨੋਂ ਲਾਈਨਾਂ ਮੀਟ ਕਰਨਗੀਆਂ, ਦੇਖ ਲਓ ਤੁਸੀਂ, ਇਹ ਤਿੰਨੋਂ ਲਾਈਨਾਂ ਜਿੱਧਰ ਮੀਟ ਕਰਨਗੀਆਂ ਉਸ ਜਗ੍ਹਾ ਤੇ ਹੋਏਗਾ ਸੈਂਟਰ ਆਫ ਗ੍ਰੈਵਿਟੀ ਪੁਆਇੰਟ। ਹੁਣ ਹਾਂ ਠੀਕ ਹੈ, ਉਹ ਸੈਂਟਰ ਆਫ ਗ੍ਰੈਵਿਟੀ ਪੁਆਇੰਟ ਵੀ ਉੱਧਰ ਹੀ ਹੋਏਗਾ ਔਰ ਇਹਦਾ ਜਿਹੜਾ ਪੂਰਾ ਇਹਦੇ ਅੰਦਰ ਕਾਫੀ ਸਾਰੇ weight ਨੇ ਔਰ ਸਾਰੇ weights ਦਾ ਸਮ ਵੀ ਇसी ਜਗ੍ਹਾ ਤੇ ਹੋਏਗਾ। ਠੀਕ ਹੈ, ਹੁਣ ਮੈਂ ਤੁਹਾਨੂੰ ਐਂਡ ਦੇ ਵਿੱਚ ਇੱਕ ਚੀਜ਼ ਦੱਸਦਾ, ਇਹ ਜਿਹੜਾ ਇਰਰੈਗੂਲਰ ਲੈਮਿਨਾ ਵਾਲਾ ਪੋਰਸ਼ਨ ਹੈਗਾ, ਇਹ ਵੈਸੇ ਸਿਲੇਬਸ 'ਚ ਹੈ ਨਹੀਂ, ਵੈਸੇ ਨੌਲੇਜ ਲਈ ਸਮਝਾਇਆ। ਹੁਣ ਇਹ ਛੋਟਾ ਜਿਹਾ ਨੋਟ ਰੀਡ ਕਰ ਲੈਂਦੇ ਆ, ਫਿਰ ਚੈਪਟਰ ਖਤਮ ਹੈ। चैप्टर नहीं है। for the stable equilibrium of a body the center of gravity must be low as possible। ਕਹਿੰਦਾ ਸਟੇਬਲ ਇਕੁਲਿਬਰੀਅਮ ਕਰਨ ਲਈ। ਹੁਣ ਮੈਂ ਤੇਰੇ ਤੋਂ ਪੁੱਛਣਾ ਚਾਹਾਂਗਾ ਤਰੁਣ, ਵੀ ਤਰੁਣ ਤੂੰ ਕਦੀ ਤੇਲ ਦਾ ਟੈਂਕਰ ਦੇਖਿਆ? ਤੇਲ ਦੇ ਟੈਂਕਰ ਜਦੋਂ ਜਾ ਰਹੇ ਹੁੰਦੇ ਨੇ, ਉਹ ਇਹ ਤੇਲ ਦੇ ਟੈਂਕਰ ਦੀ ਇੱਕ ਅਲੱਗ ਕੈਟੇਗਰੀ ਸ਼ੇਪ ਹੁੰਦੀ। ਅਗਰ ਕਿਸੇ ਨੇ ਐਵੇਂ ਦਾ ਤੇਲ ਦਾ ਟੈਂਕਰ ਦੇਖਿਆ ਹੋਏ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਤੇ ਪਿਕਚਰ ਮੈਂ ਪੋਸਟ ਕਰ ਦਾਂਗਾ ਉਹਦੀ।
ਤੂੰ ਦੇਖਿਆ ਤਰੁਣ ਐਵੇਂ ਦੇ ਤੇਲ ਦੇ ਟੈਂਕਰ? ਅਗਰ ਤੇਲ ਦੇ ਟੈਂਕਰ ਐਵੇਂ ਦੇ ਕਿਉਂ ਬਣਾਏ ਜਾਂਦੇ ਨੇ? ਐਵੇਂ ਦੇ ਤੇਲ ਦੇ ਟੈਂਕਰ ਤਰੁਣ ਸਿਰਫ ਇੱਕ ਕਾਰਨ ਕਰਕੇ ਬਣਾਏ ਜਾਂਦੇ ਨੇ, ਤਾਂ ਕਿ ਸੈਂਟਰ ਆਫ ਗ੍ਰੈਵਿਟੀ ਵਾਲੇ ਪੁਆਇੰਟ ਨੂੰ ਜਿੰਨਾ ਜ਼ਿਆਦਾ ਜ਼ਮੀਨ ਦੇ ਨੇੜੇ ਰੱਖਿਆ ਜਾਏ ਉਨਾ ਜ਼ਿਆਦਾ ਅੱਛਾ ਹੁੰਦਾ ਹੈ। ਜੇ ਤੁਸੀਂ ਜ਼ਮੀਨ ਦੇ ਉੱਪਰ ਰੱਖੋਗੇ ਤਾਂ ਸੈਂਟਰ ਆਫ ਗ੍ਰੈਵਿਟੀ ਅਗਰ ਜਿੰਨਾ ਉੱਪਰ ਹੋਏਗਾ, ਉੱਪਰ ਹੋਣ ਦੇ ਕਾਰਨ ਬਾਡੀ ਦੇ ਡਿਸਬੈਲੈਂਸ ਹੋਣ ਦੇ ਖਤਰੇ ਜ਼ਿਆਦਾ ਹੁੰਦੇ ਨੇ। ਹੁਣ ਮੈਂ ਇੱਕ ਹੋਰ ਐਗਜ਼ਾਮਪਲ ਨਾਲ ਸਮਝਾਉਂਦਾ। ਜੇ ਆਪਾਂ ਸੈਂਟਰ ਆਫ ਗ੍ਰੈਵਿਟੀ ਪੁਆਇੰਟ ਨੂੰ ਜਿੰਨਾ ਜ਼ਿਆਦਾ ਨੀਚੇ ਰੱਖਾਂਗੇ, ਉਹਦਾ ਜਿਹੜਾ ਕੀ ਕਹਿੰਦੇ ਉਹਦਾ weight ਹੈ ਹਮੇਸ਼ਾ ਜ਼ਮੀਨ ਦੇ ਕੋਲ ਰਹੇਗਾ, ਤਾਂ ਐਵੇਂ ਟੈਂਕਰ ਡਿਸਬੈਲੈਂਸ ਨਹੀਂ ਹੋਏਗਾ। ਟੈਂਕਰ ਜਦੋਂ ਸ਼ਾਰਪ ਟਰਨ ਲੈਂਦਾ ਤਾਂ ਉਹਦੇ ਪਲਟਣ ਦੇ ਚਾਂਸਸ ਘਟ ਜਾਣਗੇ। ਹੁਣ ਮੈਂ ਤੁਹਾਨੂੰ ਦਿਵਿਆਮ ਇੱਕ ਹੋਰ ਚੀਜ਼ ਸਮਝਾਉਂਦਾ। ਮਤਲਬ ਇਹ ਮੰਨ ਲੈ ਵੀ ਇਹ ਤੇਰੀ ਫਿਜ਼ਿਕਸ ਦੀ ਬੁੱਕ ਹੈ, ਇਹਨੂੰ ਐਵੇਂ ਪਕੜ ਕੇ ਰੱਖ, ਐਵੇਂ ਨਹੀਂ, ਥੋੜਾ ਐਵੇਂ ਨਾ ਪਹਾੜੀ ਵਾਂਗੂ ਐਵੇਂ ਸਲੋਪ ਬਣਾ ਲੈ, ਐਵੇਂ, ਠੀਕ ਹੈ। ਵਿੱਚੋਂ ਇਹ ਪੈਨ ਜਾਂ ਨਿਕਾਲ ਦੇ। ਹੁਣ ਮੰਨ ਲੈ ਵੀ ਇੱਕ ਸੜਕ ਹੈ, ਮਾਊਂਟੇਨ ਏਰੀਆ ਦੇ ਵਿੱਚ ਐਵੇਂ ਸਲੋਪਿੰਗ ਸੜਕ ਹੈ, ਔਰ ਕੀ ਕਹਿੰਦੇ ਮੈਂ ਆਪਣੀ ਕਾਰ ਨੂੰ ਇੱਥੇ ਲੈ ਗਿਆ, ਇਹ ਮੇਰੀ ਕਾਰ ਐਵੇਂ ਪੂਰੀ ਟੇਢੀ ਖੜੀ ਹੈ। ਮੇਰੀ ਕਾਰ ਟੇਢੀ ਖੜਨ ਦੇ ਬਾਵਜੂਦ ਵੀ ਐਵੇਂ ਪਲਟੇਗੀ ਨਹੀਂ, ਕਿ ਪਲਟ ਜੇਗੀ? नहीं सर। ਤੁਸੀਂ ਕੀ ਕਹਿੰਦੇ ਕਾਰ ਨੂੰ ਐਵੇਂ ਵੀ ਲੈ ਕੇ ਖੜੇ ਹੋ ਜਾਓਗੇ ਤਾਂ ਕਾਰ ਐਵੇਂ ਪਲਟਦੀ ਨਹੀਂ ਹੈ। सर ट्रक पलट ਟਰੱਕ ਵੀ ਨਹੀਂ ਪਲਟਦੇ। ਤੂੰ ਪਹਾੜੀ ਇਲਾਕਿਆਂ ਦੇ ਵਿੱਚ ਟਰੱਕ ਨੂੰ ਪਲਟਦੇ ਦੇਖਿਆ? ਜਦੋਂ ਐਵੇਂ ਦੀ ਐਵੇਂ ਸੜਕ ਦੇ ਉੱਪਰ ਆ ਜੇ ਤਾਂ ਟਰੱਕ ਪਲਟ ਜਾਂਦਾ ਹੈ। सर काफी ज्यादा वेट होने की वजह से ਕਾਫੀ ਜ਼ਿਆਦਾ weight ਹੋਣ ਦੇ ਬਾਵਜੂਦ ਨਹੀਂ, ਉਹ ਡਰਾਈਵਰ ਦੀ ਗਲਤੀਆਂ ਦੇ ਕਾਰਨ ਪਲਟਦਾ। ਮੈਂ ਤੈਨੂੰ ਹਾਲੇ ਜੋ ਸਮਝਾ ਰਿਹਾ ਉਹਨੂੰ ਸਮਝ। ਮਤਲਬ ਕਾਰ ਐਵੇਂ ਖੜ ਗਈ, ਐਵੇਂ ਖੜਨ ਦੇ ਬਾਵਜੂਦ ਵੀ ਕਾਰ ਕਦੀ ਪਲਟਦੀ ਨਹੀਂ ਹੈ, ਕਿਉਂਕਿ ਜਿਸ ਕੰਪਨੀ ਨੇ ਕਾਰ ਨੂੰ ਬਣਾਇਆ ਬੜੇ ਹੀ ਸੋਚ ਸਮਝ ਕੇ ਬਣਾਇਆ। ਜਦੋਂ ਕਾਰ ਐਵੇਂ ਦੀ ਪੋਜੀਸ਼ਨ ਤੇ ਜਾਂਦੀ ਹੈ, ਉਹਦੇ ਸੈਂਟਰ ਆਫ ਗ੍ਰੈਵਿਟੀ ਪੁਆਇੰਟ ਨੂੰ ਸੜਕ ਦੇ ਬਹੁਤ ਨਜ਼ਦੀਕ ਰੱਖਿਆ ਜਾਂਦਾ ਹੈ। ਜੇ ਉਹ ਸੈਂਟਰ ਆਫ ਗ੍ਰੈਵਿਟੀ ਨੂੰ ਕਾਰ ਦੇ ਉੱਪਰ ਰੱਖਦੇ ਤਾਂ ਜਿਵੇਂ ਹੀ ਕਾਰ ਐਵੇਂ ਜਾਂਦੀ ਤਾਂ ਕਾਰ ਪਲਟ ਜਾਂਦੀ। ਸੈਂਟਰ ਆਫ ਗ੍ਰੈਵਿਟੀ ਨੂੰ ਜਿੰਨਾ ਰੋਡ ਦੇ ਨੀਅਰ ਰੱਖ ਸਕਦੇ ਨੇ, ਉਹਨਾਂ ਨੇ ਕਾਰ ਦੇ ਸਿਸਟਮ ਨੂੰ ਕੁਝ ਐਸਾ ਬਣਾਇਆ, ਉਹਦੇ ਵਿੱਚ ਕਾਰ ਦੇ weight ਨੂੰ, ਅਲੱਗ-ਅਲੱਗ ਚੀਜ਼ਾਂ ਨੂੰ, ਅਲੱਗ-ਅਲੱਗ ਕੰਪੋਨੈਂਟਸ ਨੂੰ ਕੁਝ ਜਾਣ ਕੇ ਇਸ ਜਗ੍ਹਾ ਤੇ ਐਡਜਸਟ ਕੀਤਾ ਪਿਆ, ਜਾਣ ਕੇ ਇਸ ਜਗ੍ਹਾ ਤੇ ਐਡਜਸਟ ਕਰਕੇ ਰੱਖਿਆ ਹੋਇਆ ਹੈ, ਤਾਂ ਕਿ ਕਾਰ ਦਾ weight ਹਮੇਸ਼ਾ ਹੀ ਬੈਲੈਂਸ ਰਹੇ, ਕਾਰ ਕਦੀ ਪਲਟ ਨਾ ਜਾਏ। ਹੁਣ ਮੇਰੀ ਗੱਲ ਨੂੰ ਇੱਕ ਹੋਰ ਐਗਜ਼ਾਮਪਲ ਮੈਂ ਸਮਝਾਉਣ ਲੱਗਿਆ, ਉਸ ਨੂੰ ਵੀ ਧਿਆਨ ਨਾਲ ਸੁਣਨਾ। ਦੇਖ, ਇੱਕ ਟਰੱਕ ਹੈ, ਉਹਦੇ ਅੰਦਰ ਤੇਲ ਭਰਿਆ ਹੋਇਆ। ਮੇਰੇ ਵੱਲ ਧਿਆਨ ਨਾਲ ਦੇਖ। ਇੱਕ ਟਰੱਕ ਹੈ, ਮੇਰੇ ਵੱਲ ਧਿਆਨ ਨਾਲ ਦੇਖ, ਇੱਧਰ ਦੇਖ ਮੇਰੇ ਵੱਲ। ਇੱਕ ਟਰੱਕ ਹੈ, ਉਹਦੇ ਅੰਦਰ ਤੇਲ ਭਰਿਆ ਹੋਇਆ, ਠੀਕ ਹੈ। ਉਹ ਸ਼ਾਰਪ ਟਰਨ ਲੈ ਰਿਹਾ, ਮਤਲਬ ਇੱਕਦਮ ਐ ਸਟੀਅਰਿੰਗ ਮੋੜ ਦਿੰਦਾ, ਇੱਕਦਮ ਐ ਸਟੀਅਰਿੰਗ ਮੋੜ ਦਿੰਦਾ। ਹੁਣ ਉਹਦੇ ਅੰਦਰ ਜਿਹੜਾ weight ਹੈ, ਉਹਦੇ ਅੰਦਰ ਕੀ ਆ? ਆਇਲ ਭਰਿਆ ਹੋਇਆ। ਆਇਲ ਕੀ ਆ? ਆਇਲ ਵੀ ਹਿੱਲਦਾ। ਆਇਲ ਹਿੱਲਦਾ। ਜਦੋਂ ਆਇਲ ਹਿੱਲੇਗਾ, ਤਰੁਣ ਧਿਆਨ ਨਾਲ ਸੁਣੀ, ਜਦੋਂ ਆਇਲ ਹਿੱਲੇਗਾ ਤਾਂ ਉਹਦੀ ਬਾਰ-ਬਾਰ ਸ਼ੇਪ ਚੇਂਜ ਹੁੰਦੀ ਰਹੇਗੀ। ਉਹਦੀ ਬਾਰ-ਬਾਰ ਕੀ ਹੁੰਦੀ ਰਹੇਗੀ? ਸ਼ੇਪ ਚੇਂਜ ਹੁੰਦੀ ਰਹੇਗੀ। ਜੇ ਸ਼ੇਪ ਚੇਂਜ ਹੋਈ ਜਾ ਰਹੀ ਹੈ ਬਾਰ-ਬਾਰ, ਤਾਂ ਮੈਂ ਤੁਹਾਨੂੰ ਸਮਝਾਇਆ ਸੀ ਸ਼ੇਪ ਦੇ ਚੇਂਜ ਹੋਣ ਨਾਲ ਸੈਂਟਰ ਆਫ ਗ੍ਰੈਵਿਟੀ ਪੁਆਇੰਟ ਵੀ ਬਾਰ-ਬਾਰ ਚੇਂਜ ਹੁੰਦਾ ਰਹਿੰਦਾ ਹੈ। ਇਹ ਮੈਂ ਐਸੀ ਚੀਜ਼ਾਂ ਸਿਖਾ ਰਿਹਾ ਜਿਹੜੀਆਂ ਕਿਤਾਬ ਤੋਂ ਬਾਹਰ ਨੇ, ਰੀਅਲ ਨੌਲੇਜ ਸਿਖਾ ਰਿਹਾ, ਕਿਤਾਬ ਦਾ ਕੰਮ ਖਤਮ। ਸ਼ੇਪ ਚੇਂਜ ਹੁੰਦੀ ਰਹਿੰਦੀ ਹੈ ਤੇ ਸੈਂਟਰ ਆਫ ਗ੍ਰੈਵਿਟੀ ਵੀ ਬਾਰ-ਬਾਰ ਹਿਲਦਾ ਰਹਿੰਦਾ ਹੈ। ਅਗਰ ਸੈਂਟਰ ਆਫ ਗ੍ਰੈਵਿਟੀ ਕਿਸੇ ਐਸੀ ਜਗ੍ਹਾ ਤੇ ਆ ਜੇ ਜਿੱਥੇ ਟਰੱਕ ਉਸ ਸੈਂਟਰ ਆਫ ਗ੍ਰੈਵਿਟੀ ਐਸੀ ਜਗ੍ਹਾ ਤੇ ਆ ਜਾਏ ਜਿੱਥੇ ਸਾਰਾ weight ਜਾਣ ਕੇ ਇੱਕ ਜਗ੍ਹਾ ਤੇ ਕੰਸੈਂਟਰੇਟ ਹੋ ਜਾਏਗਾ, ਉਹ ਟਰੱਕ ਬੈਲੈਂਸ ਨਹੀਂ ਹੋ ਪਾਏਗਾ, ਉਹ ਟਰੱਕ ਸਾਰਾ ਉਲਟ ਜਾਏਗਾ। ਤਦੀ ਉਹ ਜਿਹੜੇ ਤੇਲ ਵਾਲੇ ਟੈਂਕਰ ਹੁੰਦੇ ਨੇ, ਉਹ ਕਦੀ ਵੀ ਸ਼ਾਰਪ ਟਰਨ ਨਹੀਂ ਲੈਂਦੇ, ਕਦੀ ਕਿਸੇ ਨੂੰ ਟੇਕ ਓਵਰ ਨਹੀਂ ਕਰਦੇ, और आराम नाल सड़क दे एक कोने ते चलते रहते हैं। सर उनका जो आगे वाला मुंह होता है वो पहले से वो होता है, इतना नहीं होता कि हाँ, उसके साथ जॉइंट हो पीछे वाले। मतलब वो गल नहीं हैगी। मैं जो गल समझा रहा ना उन्होंने समझो, आगे वाला मुंह दी गल नहीं है। एक गल हो रही है भी जेड़ा टैंकर है वो कभी भी उदा ड्राइवर शार्प टर्न नहीं लेगा। अगर शार्प टर्न ले तो उदा सेंटर ऑफ ग्रेविटी बार बार हिलदा रहेगा, अलग अलग जगह ते आ जाएगा। अगर सेंटर ऑफ ग्रेविटी बार बार हिलदा रहा ਤੇ ਮਾਤਾ ਗ੍ਰੈਵਿਟੀ ਐਸਾ ਚਾਂਟਾ ਲਗਾਉਂਦੀ ਹੈ, ਐਸਾ ਚਾਂਟਾ ਲਗਾਉਂਦੀ ਹੈ, ਟਰੱਕ ਉਲਟ ਜਾਂਦਾ। ਆ ਗਿਆ ਸਮਝ? ਹੁਣ ਇੱਕ ਹੋਰ ਐਗਜ਼ਾਮਪਲ ਸਮਝਾਉਣਾ। ਹੁਣ ਜਿਵੇਂ ਕਿ ਆਪਣਾ ਕੀ ਕਹਿੰਦੇ, ਇੱਕ ਸਰਕਸ ਆਰਟਿਸਟ ਹੈ। ਸਰਕਸ ਆਰਟਿਸਟ, ਸੁਮੇਰ ਤੈਨੂੰ ਪਤਾ ਨਾ ਸਰਕਸ ਆਰਟਿਸਟ। ਹੁਣ ਸਰਕਸ ਆਰਟਿਸਟ ਜਿਹੜਾ ਹੁੰਦਾ, ਧਿਆਨ ਨਾਲ ਸਮਝੀ ਮੇਰੀ ਗੱਲ ਨੂੰ। ਸਰਕਸ ਆਰਟਿਸਟ ਨੇ ਇੱਕ ਰੱਸੀ ਬੰਨੀ ਹੁੰਦੀ ਹੈ, ਉਸ ਰੱਸੀ ਦੇ ਉੱਪਰ ਐਵੇਂ ਐਵੇਂ ਬੈਲੈਂਸ ਕਰਦਾ ਰਹਿੰਦਾ ਹੈ, ਐਵੇਂ ਐਵੇਂ ਬੈਲੈਂਸ ਕਰਦਾ। ਉਹ ਕਿਉਂ ਕਰਦਾ ਰਹਿੰਦਾ? ਤਾਂ ਕਿ ਸੈਂਟਰ ਆਫ ਗ੍ਰੈਵਿਟੀ ਨੂੰ ਹਮੇਸ਼ਾ ਆਪਣੀ ਬਾਡੀ ਦੇ ਲੋਅਰ ਐਂਡ ਤੇ ਰੱਖ ਸਕੇ। ਬਾਰ-ਬਾਰ ਉਹ ਐਵੇਂ ਸ਼ੇਪਸ ਨੂੰ ਬਦਲਦਾ ਰਹਿੰਦਾ। ਉਹ ਜਾਣ ਕੇ ਭੰਗੜੇ ਥੋੜੀ ਪਾ ਰਿਹਾ ਹੈ, ਮਤਲਬ ਉਹਨੂੰ ਕੋਈ ਹਾਂ ਡੰਡਾ ਵੀ ਲੈ ਕੇ ਚੱਲਦਾ ਰਹਿੰਦਾ। ਉਹਨੂੰ ਸ਼ੌਂਕ ਨਹੀਂ ਆ ਵੱਡੇ ਵੱਡੇ ਡੰਡੇ ਦਿਖਾਉਣ ਦਾ ਜਾਂ ਐਵੇਂ ਬਾਹਾਂ ਘੁਮਾਉਣ ਦਾ। ਉਹ ਜਾਣ ਕੇ ਬਾਰ-ਬਾਰ ਆਪਣੀ ਬਾਡੀ ਦੀ ਸ਼ੇਪ ਨੂੰ ਚੇਂਜ ਕਰਦਾ, ਅਣਜਾਣੇ ਜਾਣੇ। ਉਹ ਕੀ ਕਰ ਰਿਹਾ?
ਸੈਂਟਰ ਆਫ ਗ੍ਰੈਵਿਟੀ ਨੂੰ ਇੱਕ ਜਗ੍ਹਾ ਤੇ ਹੀ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਜਿਵੇਂ ਹੀ ਉਹ ਸੈਂਟਰ ਆਫ ਗ੍ਰੈਵਿਟੀ ਨੂੰ ਇੱਕ ਜਗ੍ਹਾ ਤੇ ਰੱਖਣ ਦੀ ਕੋਸ਼ਿਸ਼ ਕਰੇਗਾ, ਉਹਦਾ ਬਾਡੀ ਦਾ weight ਉਸ ਪਤਲੀ ਜੀ ਰੱਸੀ ਦੇ ਉੱਪਰ ਬੈਲੈਂਸਡ ਹੋ ਜਾਏਗਾ। ਸਮਝ ਆ ਗਿਆ? ਤਾਂ ਸਰਕਸ ਆਰਟਿਸਟ ਬਹੁਤ ਸਾਰਾ ਪ੍ਰੈਕਟਿਸ ਦੇ ਨਾਲ ਕੀ ਕਰਦਾ ਹੈ, ਆਪਣੀ ਬਾਡੀ ਦੇ ਸ਼ੇਪ ਨੂੰ ਪਤਾ ਹੈ ਵੀ ਬਾਡੀ ਦੀ ਐਸੀ ਸ਼ੇਪ ਬਣਾਵਾਂਗਾ ਤਾਂ ਇਸ ਜਗ੍ਹਾ ਤੇ ਆਏਗਾ, ਐਸੀ ਸ਼ੇਪ ਬਣਾਵਾਂਗਾ ਤਾਂ ਇਸ ਜਗ੍ਹਾ ਤੇ ਆਏਗਾ। ਤਾਂ ਬਹੁਤ ਜ਼ਿਆਦਾ ਪ੍ਰੈਕਟਿਸ ਦੇ ਨਾਲ ਤੂੰ ਥੋੜੀ ਕਰ ਪਾਏਗਾ, ਤੂੰ ਤਾਂ ਰੱਸੀ ਤੋੜ ਦੇਗਾ। ठीक है सर वो उसकी बॉडी की शेप ਦਿਵਿਆਮ ਆਪਣੇ ਆ ਬਾਹ ਇੱਕ ਪਾਸੇ ਹੁਣ ਦੇਖੋ ਮੈਨੂੰ ਬੋਲਣ ਦੇ ਧਿਆਨ ਨਾਲ। ਹੁਣ ਐਵੇਂ ਕਰ, ਅਗਰ ਕਿਸੇ ਇੱਕ ਤਰਫ weight ਜ਼ਿਆਦਾ ਹੋ ਗਿਆ, ਅਗਰ ਕਿਸੇ ਇੱਕ ਤਰਫ weight ਜ਼ਿਆਦਾ ਹੋ ਗਿਆ ਤਾਂ ਸੈਂਟਰ ਆਫ ਗ੍ਰੈਵਿਟੀ ਉਸ ਤਰਫ ਟਿਲਟ ਹੋ ਜਾਏਗਾ। ਅਗਰ ਸੈਂਟਰ ਆਫ ਗ੍ਰੈਵਿਟੀ ਕਿਸੇ ਇੱਕ ਤਰਫ ਟਿਲਟ ਹੋ ਗਿਆ ਤਾਂ ਬਾਡੀ ਉਸ ਤਰਫ ਗਿਰ ਸਕਦੀ ਹੈ। ਉਹ ਫਿਰ ਸਰਕਸ ਆਰਟਿਸਟ ਦੀ ਬੇਇੱਜ਼ਤੀ ਹੋ ਜਾਏਗੀ, ਸਾਰੇ ਹੱਸਣਗੇ। ਤਾਂ ਬਾਰ-ਬਾਰ ਕੀ ਕਰਦਾ ਹੈ, ਸ਼ੇਪ ਚੇਂਜ ਕਰਕੇ ਦਿਖਾ ਜਰਾ। ਐਵੇਂ ਬਾਰ-ਬਾਰ ਐਵੇਂ ਸ਼ੇਪ ਚੇਂਜ ਕਰਦਾ ਰਹਿੰਦਾ ਹੈ ਤਾਂ ਕਿ ਉਹਦੀ ਬਾਡੀ ਦਾ ਜਿਹੜਾ weight ਹੈ ਕਿਸੇ ਇੱਕ ਸਾਈਡ ਤੇ ਕੰਸੈਂਟਰੇਟ ਨਾ ਹੋਏ, ਅਲੱਗ-ਅਲੱਗ ਜਗ੍ਹਾ ਤੇ ਜਾਂਦਾ ਰਹੇ। ਅਗਰ ਉਹਦਾ ਬਾਡੀ ਦਾ weight ਅਲੱਗ-ਅਲੱਗ ਜਗ੍ਹਾ ਤੇ ਜਾਂਦਾ ਰਹੇਗਾ ਤਾਂ ਰੱਸੀ ਦੇ ਉੱਪਰ ਕੀ ਕਰਦਾ ਰਹੇਗਾ, ਬੈਲੈਂਸ ਕਰਨ ਲਈ ਕੈਪੇਬਲ ਹੋ ਜਾਏਗਾ ਉਹ। ਹੋਰ ਕੋਈ ਡਾਊਟ ਹੈ ਤਾਂ ਪੁੱਛ। नहीं सर ट्रक वाला भी समझ में आ गया सर। ਟਰੱਕ ਵਾਲਾ ਵੀ ਆ ਗਿਆ, ਠੀਕ ਹੈ। ਅੱਜ ਦੀ ਕਲਾਸ ਇੱਥੇ ਹੀ ਐਂਡ ਹੁੰਦੀ ਹੈ, ਕੱਲ ਮਿਲਦੇ।